ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ, ਇੱਕ ਬ੍ਰਹਮ ਹੈ, ਇੱਕ ਮਾਇਆ ਹੈ। ਇਹ ਦੋਨੇ ਆਪਸ ਵਿੱਚ ਮਿਲ ਕੇ ਇਹ ਖੇਡ ਚੱਲ ਰਿਹਾ ਹੈ। ਜਿਵੇਂ ਸਾਡਾ ਸਰੀਰ ਹੈ, ਇਹ ਦਿਖ ਰਿਹਾ, ਇਹ ਮਾਇਆ ਹੈ। ਇਹਨੂੰ ਜੋ ਅੰਦਰ ਚਲਾ ਰਿਹਾ ਹੈ ਉਹ ਬ੍ਰਹਮ ਹੈ, ਜਿਹਨੂੰ ਆਤਮਾ ਵੀ ਕਹਿੰਦੇ ਹੈ, ਨਾਮ ਵੀ ਕਹਿੰਦੇ। ਨੌ ਨਿਦਮਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਇਹ ਸਰੀਰਾਂ ਮੇਰੇ ਹੱਥ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜਿਹੜੀ ਮਾਇਆ ਹੈ ਬ੍ਰਹਮ ਤੋਂ ਬਿਨਾਂ ਕੰਮ ਨਹੀਂ ਕਰਦੀ। ਦੋਨੇ ਮਿਲਦੇ ਆ ਤਾਂ ਖੇਡ ਚੱਲਦਾ ਹੈ। ਜਦੋਂ ਤੱਕ ਸਾਡੇ ਸਰੀਰ ਵਿੱਚ ਆਤਮਾ ਦੇ ਰੂਪ ਵਿੱਚ ਉਹ ਰਹਿੰਦਾ ਬ੍ਰਹਮ, ਉਦੋਂ ਤੱਕ ਅਸੀਂ ਚੱਲਦੇ ਫਿਰਦੇ ਹਾਂ। ਜਿੱਦਣ ਉਹ ਨਿਕਲ ਜਾਂਦਾ ਹੈ ਉਦੋਂ ਭਾਈ ਸਾਡਾ ਸੰਸਕਾਰ ਹੋ ਜਾਂਦਾ, ਸਾਡਾ ਸਰੀਰ ਡੈੱਡ ਹੋ ਜਾਂਦਾ। ਮਾਇਆ ਬ੍ਰਹਮ ਤੋਂ ਬਿਨਾਂ ਨਹੀਂ ਰੁਕਦੀ, ਮਾਇਆ ਬ੍ਰਹਮ ਤੋਂ ਬਿਨਾਂ ਨਹੀਂ ਚੱਲ ਸਕਦੀ। ਚਾਹੇ ਸੂਖਮ ਮਾਇਆ ਹੈ, ਚਾਹੇ ਦ੍ਰਿਸ਼ਟਮਾਨ ਮਾਇਆ ਹੈ, ਇਹ ਬ੍ਰਹਮ ਦੇ ਨਾਲ ਜੁੜ ਕੇ ਹੀ ਖੇਡ ਚੱਲਦਾ ਹੈ। ਹੁਣ ਆਪਾਂ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ ਵੀ ਕਈ ਪਰਿਵਾਰਾਂ ਦੇ ਵਿੱਚ ਸਿਮਰਨ ਬੰਦਗੀ ਨਹੀਂ ਕਰਦੇ ਹੈਗੇ, ਅਤੇ ਫਿਰ ਜਦੋਂ ਸਿਮਰਨ ਬੰਦਗੀ ਨਹੀਂ ਹੁੰਦੀ ਫਿਰ ਬਰਕਤ ਨਹੀਂ ਹੁੰਦੀ ਹੈਗੀ। ਹੁਣ ਕਈ ਬੰਦੇ ਕਹਿੰਦੇ ਅਸੀਂ ਤਾਂ ਸਿਮਰਨ ਬੰਦੀ ਬਥੇਰਾ ਕਰਦੇ ਹਾਂ, ਪਾਠ ਵੀ ਬਥੇਰਾ ਕਰਦੇ ਹਾਂ, ਪਰ ਗੁਰਮੁਖ ਪਿਆਰਿਓ ਢੰਗ ਤਰੀਕਾ ਹੈ ਵੀ ਜਦੋਂ ਵੀ ਤੁਸੀਂ ਪਾਠ ਕਰਨਾ ਹੈ, ਜਦੋਂ ਤੁਸੀਂ ਸਿਮਰਨ ਕਰਨਾ, ਤੁਹਾਡਾ ਜਿਹੜਾ ਮਨ ਹੈ ਉਹ ਤੁਹਾਡਾ ਸਰੀਰ ਵਿੱਚ ਹਾਜ਼ਰ ਹੋਣਾ ਚਾਹੀਦਾ, ਪ੍ਰੈਜੈਂਟ ਹੋਣਾ ਚਾਹੀਦਾ ਹੈ। ਜੇ ਤੁਸੀਂ ਸਿਮਰਨ ਕਰਦੇ ਹੋ ਜਾਂ ਬਾਣੀ ਪੜ੍ਹਦੇ ਹੋ, ਇਹ ਨਹੀਂ ਮੈਂ ਵੀ ਧਿਆਨ ਕਿਤੇ ਹੋਰੇ ਤੁਰਿਆ ਫਿਰਦਾ, ਉਹ ਫਿਰ ਕੋਈ ਫਾਇਦਾ ਨਹੀਂ ਹੈ। ਜਦੋਂ ਵੀ ਤੁਸੀਂ ਪਰਮਾਤਮਾ ਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ, ਉਹਦੇ ਬਾਰੇ ਕੁਛ ਪੜ੍ਹਨਾ ਹੈ, ਤਾਂ ਸਾਡਾ ਜਿਹੜਾ ਮਨ ਹੈ ਸਾਡਾ ਸਰੀਰ ਵਿੱਚ ਹਾਜ਼ਰ ਹੋਣਾ ਚਾਹੀਦਾ, ਤਾਂ ਜਾ ਕੇ ਗੱਲ ਬਣਦੀ ਹੈ, ਤਾਂ ਫਿਰ ਉਹ ਪ੍ਰਵਾਨ ਹੁੰਦੀ ਹੈ। ਭਗਤੀ ਸਿਮਰਨ ਪੜ੍ਹਿਆ ਪ੍ਰਵਾਨ ਹੁੰਦਾ ਹੈ। ਹੁਣ ਜੇਕਰ ਅਸੀਂ ਬਾਣੀ ਵੀ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਧਿਆਨ ਸਾਡਾ ਹੋਰੇ ਪਾਸੇ ਤੁਰਿਆ ਫਿਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਤੁਸੀਂ ਸਿਮਰਨ ਕਰਦੇ ਹੋ, ਜਿੱਥੇ ਬਾਣੀ ਪੜ੍ਹਦੇ ਹੋ, ਉੱਥੇ ਤਾਂ ਹਾਜ਼ਰੀ ਨਹੀਂ ਲੱਗੀ, ਕਿਤੇ ਹੋਰੇ ਪਾਸੇ ਲੱਗੀ ਜਾਂਦੀ ਹੈ। ਜਿੱਦਣ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਮਰਨ ਬੰਦਗੀ ਕਰਨ ਵੇਲੇ, ਬਾਣੀ ਪੜ੍ਹਨ ਵੇਲੇ, ਸੰਗਤ ਵੇਲੇ ਹਾਜ਼ਰ ਹੋ ਗਏ, ਅਤੇ ਫਿਰ ਤੁਹਾਡੇ ਉੱਥੇ ਮਾਇਆ ਦੀ ਵੀ ਡਿਊਟੀ ਲੱਗ ਜਾਂਦੀ ਹੈ। ਮਾਇਆ ਨੌਕਰਾਣੀ ਬਣਾ ਕੇ ਭੇਜੀ ਹੈ ਸੱਚੇ ਪਾਤਸ਼ਾਹ ਨੇ ਸਾਡੇ ਨਾਲ। ਨੌਕਰਾਣੀ ਦਾ ਕੰਮ ਹੁੰਦਾ ਹੈ ਕਿ ਸੇਵਾ ਕਰਨੀ, ਲੇਕਿਨ ਹੁਣ ਸੰਸਾਰ ਨੌਕਰਾਣੀ ਮਗਰ ਭੱਜਿਆ ਫਿਰਦਾ ਹੈ। ਕਿਉਂ? ਕਿਉਂਕਿ ਭੇਤ ਨਹੀਂ ਹੈ। ਨੌਕਰਾਣੀ ਦੇ ਮਗਰ ਭੱਜੇ ਫਿਰਦੇ ਆ, ਅਤੇ ਜਿਹੜਾ ਸਾਡਾ ਮਾਤਾ ਪਿਤਾ ਵਾਹਿਗੁਰੂ ਜਿਹਨੇ ਸਾਰੀ ਦੁਨੀਆ ਬਣਾਈ ਹੈ, ਇਹ ਨੌਕਰਾਣੀ ਪੈਦਾ ਕੀਤੀ ਹੈ ਉਹਨੇ। ਬ੍ਰਹਮ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦੀ ਦ੍ਰਿਸ਼ਟੀ ਆ, ਅਤੇ ਅਸੀਂ ਉਹਨੂੰ ਨਹੀਂ ਯਾਦ ਕਰਦੇ। ਉਹਨੂੰ ਜਦੋਂ ਯਾਦ ਕਰਨਾ, ਦਿਲ ਨਾਲ ਕਰਨਾ, ਮੁਹੱਬਤ ਦਿਲ ਨਾਲ ਕਰਨੀ ਹੈ। ਜਦੋਂ ਤੁਸੀਂ ਸਿਮਰਨ ਬੰਦਗੀ ਕਰੋਗੇ, ਬਾਣੀ ਪੜ੍ਹੋਗੇ, ਸੰਗਤ ਕਰੋਗੇ, ਇੱਕ ਚਿੱਤ ਹੋ ਕੇ ਹਾਜ਼ਰ ਰਹਿ ਕੇ ਸਰੀਰ ਵਿੱਚ ਪ੍ਰੈਜੈਂਟ ਰਹਿ ਕੇ, ਫਿਰ ਸੱਚੇ ਪਾਤਸ਼ਾਹ ਖੁਸ਼ ਹੁੰਦਾ ਹੈ। ਜਦੋਂ ਖੁਸ਼ ਹੁੰਦਾ ਹੈ, ਕਹਿੰਦੇ ਸਤਿਗੁਰੂ ਹੋਏ ਦਿਆਲ, ਨਮਨਿਤ ਪਾਈਏ ਸਤਿਗੁਰੂ ਹੋਏ ਦਿਆਲ, ਸੱਚ ਸਮਾਈਏ। ਫਿਰ ਮਾਇਆ ਦੀ ਵੀ ਡਿਊਟੀ ਲੱਗ ਜਾਂਦੀ ਉੱਥੇ, ਜਿੱਥੇ ਸੱਚੇ ਪਾਤਸ਼ਾਹ ਦੀ ਨਿਗਾਹ ਸਵੱਲੀ ਹੋ ਜਾਂਦੀ ਹੈ, ਜਿੱਥੇ ਸਿਮਰਨ ਬੰਦਗੀ ਧਿਆਨ ਨਾਲ ਕਰਦੇ ਨੇ, ਜਿੱਥੇ ਬਾਣੀ ਧਿਆਨ ਨਾਲ ਪੜ੍ਹਦੇ, ਸੰਗਤ ਧਿਆਨ ਨਾਲ ਕਰਦੇ ਨੇ, ਉੱਥੇ ਫਿਰ ਇਹ ਜਿਹੜੀ ਮਾਇਆ ਉੱਥੇ ਫਿਰ ਹਾਜ਼ਰ ਹੋ ਜਾਂਦੀ ਹੈ। ਹੁਣ ਕਈ ਪਰਿਵਾਰਾਂ ਵਿੱਚ ਅਸੀਂ ਦੇਖਦੇ ਹਾਂ, ਸਾਰੇ ਦੇਖਦੇ, ਕਈ ਕਹਿੰਦੇ ਜੀ ਅਸੀਂ ਤਾਂ ਸਾਰਾ ਟੱਬਰ ਕੰਮ ਕਰਦੇ, ਸਾਡੇ ਬਰਕਤ ਨਹੀਂ ਹੁੰਦੀ ਜੀ। ਸਾਰਾ ਟੱਬਰ ਅਸੀਂ ਕੰਮ ਕਰਦੇ, ਸਾਡੇ ਫਿਰ ਵੀ ਬਰਕਤ ਨਹੀਂ ਹੁੰਦੀ। ਇਕੱਲਾ ਇਕੱਲਾ ਜੀ ਪਰਿਵਾਰ ਦਾ ਕੰਮ ਕਰਦਾ। ਉੱਥੇ ਫਿਰ ਨੁਕਸ ਦੇਖਿਆ ਜਾਂਦਾ ਕਿ ਸਾਰਾ ਟੱਬਰ ਦਾ ਭਾਈ ਕੰਮ ਕਰਦੇ ਹੋ, ਲੇਕਿਨ ਜਿਸ ਵੇਲੇ ਤੁਸੀਂ ਸਿਮਰਨ ਕਰਦੇ ਹੋ, ਨਾਮ ਜਪਦੇ ਹੋ, ਬਾਣੀ ਪੜ੍ਹਦੇ ਹੋ, ਉਸ ਵੇਲੇ ਇੱਕ ਚਿੱਤ ਹੋ ਕੇ ਮਨ ਨੂੰ ਹਾਜ਼ਰ ਕਰਕੇ ਸੱਚੇ ਪਾਤਸ਼ਾਹ ਵੱਲ ਧਿਆਨ ਧਰ ਕੇ ਫਿਰ ਆਪਾਂ ਸਿਮਰਨ ਬੰਦਗੀ ਕਰਨੀ ਹੈ। ਇਹ ਨਹੀਂ ਵੀ ਜੋ ਸਿਮਰਨ ਕਰਨਾ ਜਾਂ ਬੰਦਗੀ ਕਰਨੀ ਆ ਜਾਂ ਆਪਣਾ ਬਾਣੀ ਪੜ੍ਹਨੀ, ਉਸ ਵੇਲੇ ਧਿਆਨ ਫਿਰ ਵੀ ਮਾਇਆ ਵਿੱਚ ਤਾਂ ਭੱਜਿਆ ਫਿਰਦਾ, ਆਲੇ ਦੁਆਲੇ ਭੱਜਿਆ ਫਿਰਦਾ। ਫਿਰ ਸੱਚੇ ਪਾਤਸ਼ਾਹ ਨਾਰਾਜ਼ ਹੋ ਜਾਂਦੇ ਨੇ ਵੀ ਮੈਨੂੰ ਯਾਦ ਕਰਨ ਵੇਲੇ ਫਿਰ ਵੀ ਇੱਧਰ ਹੀ ਭਜਾਈ ਫਿਰੀ ਜਾਂਦੇ ਆ ਧਿਆਨ ਨੂੰ। ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉੱਚਾ ਵਿਸ਼ਵਾਸ ਨਾ ਮਿਲੇ। ਫਿਰ ਅਸੀਂ ਆਪਣੀ ਪ੍ਰਤੀਤ ਗਵਾ ਕੇ ਬਹਿ ਜਾਂਦੇ। ਸੱਚੇ ਪਾਤਸ਼ਾਹ ਨਾਰਾਜ਼ ਹੋ ਜਾਂਦਾ ਬਈ ਪਹਿਲਾਂ ਮਾਇਆ ਇਕੱਠੀ ਕਰਦੇ, ਪਹਿਲਾਂ ਫਿਰ ਵੀ ਮਾਇਆ ਵਿੱਚ ਧਿਆਨ। ਹੁਣ ਮੇਰਾ ਮਾੜਾ ਜਿਹਾ ਨਾਮ ਜਪਣ ਲੱਗੇ ਆ, ਸਿਮਰਨ ਕਰਨ ਲੱਗੇ ਆ, ਅਤੇ ਬਾਣੀ ਮੈਂ ਹੁਣ ਵੀ ਉੱਧਰਲੇ ਪਾਸੇ ਭੱਜੇ ਫਿਰਦੇ। ਮੈਨੂੰ ਤਾਂ ਵੈਸੇ ਉਈਓ ਮਤਲਬ ਜਾਬਤਾ ਪੂਰਾ ਹੀ ਕਰਦੇ ਆ ਫਿਰ ਇਹ। ਫਿਰ ਉਹ ਗੁਰਮੁਖ ਪਿਆਰੇ, ਜਦੋਂ ਵੀ ਤੁਸੀਂ ਨਾਮ ਜਪਣਾ ਹੈ ਜਾਂ ਬਾਣੀ ਪੜ੍ਹਨੀ ਹੈ, ਸਿਮਰਨ ਬੰਦਗੀ ਕਰਨੀ ਹੈ, ਫਿਰ ਇੱਕ ਚਿੱਤ ਹੋ ਜਾਣਾ ਹੈ। ਇੱਕ ਦ੍ਰਿਸ਼ਟ ਵੀ ਕਹਿੰਦੇ ਹੈ,
ਜਦੋਂ ਅਸੀਂ ਸੰਸਾਰ ਵਿੱਚ ਚੱਲਦੇ ਹਾਂ ਉਸ ਵੇਲੇ ਵੀ ਮਹਾਰਾਜ ਨੇ ਕਹਿੰਦੇ ਭਾਈ ਸਮਦ੍ਰਿਸ਼ਟੀ ਕਰਨਾ। ਸੰਸਾਰ ਵਿੱਚ ਵੀ ਕੋਈ ਕੰਮ ਕਰਦੇ ਹੋ ਨਾਲ ਸਿਮਰਨ ਬੰਦਗੀ ਅੰਤਰਗਤ ਕਰਦੇ ਰਹਿਣਾ, ਸੱਚੇ ਪਾਤਸ਼ਾਹ ਨੂੰ ਨਹੀਂ ਭੁੱਲਣਾ, ਉਹਨੂੰ ਵੀ ਯਾਦ ਰੱਖਣਾ ਨਾਲ, ਉਹਨੂੰ ਸਮਦ੍ਰਿਸ਼ਟੀ ਕਹਿੰਦੇ ਸਿਮਰਨ ਕਰਨਾ। ਜਦੋਂ ਤੁਸੀਂ ਵਿਹਲੇ ਹੋ ਜਾਂਦੇ ਫਿਰ ਇੱਕ ਦ੍ਰਿਸ਼ਟ ਹੋ ਕੇ ਇੱਕ ਚਿੱਤ ਹੋ ਕੇ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ, ਮਨ ਨੂੰ ਹਾਜ਼ਰ ਕਰਕੇ ਉਸ ਜਗ੍ਹਾ 'ਤੇ ਉਹ ਪ੍ਰਵਾਨ ਹੁੰਦਾ। ਫਿਰ ਸੱਚੇ ਪਾਤਸ਼ਾਹ ਕਹਿੰਦੇ ਦੇਖ ਲੈ ਵੀ ਮੇਰੇ ਵਾਸਤੇ ਵੀ ਟਾਈਮ ਕੱਢਦੇ ਆ, ਜਦੋਂ ਮੇਰੀ ਬਾਣੀ ਪੜ੍ਹਦੇ ਆ, ਮੇਰੀ ਸਿਮਰਨ ਕਰਦੇ ਆ, ਫਿਰ ਬਿਲਕੁਲ ਮੇਰੇ ਵੱਲ ਧਿਆਨ ਦੇ ਦਿੰਦੇ ਆ। ਫਿਰ ਅਸੀਂ ਧੰਨਵਾਦ ਵੀ ਕਰਨਾ ਹੁੰਦਾ ਸੱਚੇ ਪਾਤਸ਼ਾਹ ਦਾ, ਸੱਚੇ ਪਾਤਸ਼ਾਹ ਤੁਸੀਂ ਸਾਡੇ ਕੰਮ ਵਿੱਚ ਬਰਕਤ ਪਾਈ ਹੈ, ਸਾਨੂੰ ਦੇਹ ਰੋਗਤਾ ਬਖਸ਼ੀ ਹੈ। ਜਦੋਂ ਅਸੀਂ ਸੰਸਾਰ ਵਿੱਚ ਕੋਈ ਕੰਮ ਕਰਦੇ ਤੁਸੀਂ ਸਾਡੇ ਨਾਲੇ ਤੁਰੇ ਫਿਰਦੇ ਸੀਗੇ, ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮ ਸਿਮ ਸਦਾ ਸੰਭਾਲੇ। ਫਿਰ ਜਦੋਂ ਅਸੀਂ ਇਸ ਤਰ੍ਹਾਂ ਇਹ ਜੀਵਨ ਜਿਉਣ ਦੀ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਕਿ ਭਾਈ ਜਦੋਂ ਵਿਹਲੇ ਹੋ ਜਾਂਦੇ ਫਿਰ ਇੱਕ ਦ੍ਰਿਸ਼ਟ ਹੋ ਕੇ ਚੱਲਿਆ ਕਰੋ ਸਿਮਰਨ ਬੰਦਗੀ ਵਿੱਚ, ਅਤੇ ਜਦੋਂ ਤੁਸੀਂ ਸੰਸਾਰੀ ਕੰਮ ਧੰਦਾ ਕਰਦੇ ਫਿਰ ਸਮਦ੍ਰਿਸ਼ਟੀ ਹੋਵੇ, ਉੱਥੇ ਵੀ ਨਹੀਂ ਭੁੱਲਣਾ ਮੈਨੂੰ, ਉੱਥੇ ਵੀ ਯਾਦ ਰੱਖਣਾ। ਇਹ ਹੁਣ ਜਦੋਂ ਜੀਵਨ ਜਿਉਣ ਦੀ ਸਾਨੂੰ ਜਾਚ ਆ ਜਾਂਦੀ ਹੈ ਫਿਰ ਇਹ ਜਿਹੜੀ ਮਾਇਆ ਹੈ ਜਿਹਦੇ ਮਗਰ ਅਸੀਂ ਭੱਜੇ ਫਿਰਦੇ ਸਾਡੇ ਮਗਰ ਭਰ ਜਾਂਦੀ ਹੈ। ਸਤਿਗੁਰ ਮੇਰੀ ਉਲਟੀ ਭੇਡ ਨਾਮ ਨੇ ਤੇ ਖਰਚੋ ਖਾਓ, 18 ਸਿੱਧੀ ਪਿੱਛੇ ਲੱਗੀ ਪਰ ਨਿਜ ਘਰ ਬਸੇ ਨਿਜ ਥਾਏ। ਜਦੋਂ ਅਸੀਂ ਭਾਈ ਧਿਆਨ ਦੇ ਨਾਲ ਦਿਲਚਸਪੀ ਦੇ ਨਾਲ ਸਿਮਰਨ ਬੰਦਗੀ ਕਰਦੇ ਹਾਂ ਇਹ ਫਿਰ ਸਾਡੀ ਮਾਇਆ ਮਗਰ ਸਾਡੇ ਭੱਜ ਲੈਂਦੀ ਹੈ। ਸੰਸਾਰੀ ਲੋਕ ਮਾਇਆ ਮਗਰ ਭੱਜਦੇ ਫਿਰਦੇ ਆ ਅਤੇ ਗੁਰਮੁਖ ਪਿਆਰਿਆਂ ਦੇ ਮਗਰ ਭੱਜੀ ਹੁੰਦੀ ਹੈ। ਬਸ ਇੰਨਾ ਹੀ ਫਰਕ ਹੈ ਸੰਸਾਰੀ ਲੋਕਾਂ ਅਤੇ ਗੁਰਮੁਖਾਂ ਦੇ ਜੀਵਨ ਦੇ ਵਿੱਚ। ਜਦੋਂ ਅਸੀਂ ਰੱਬ ਵਾਸਤੇ ਟਾਈਮ ਕੱਢਣਾ ਫਿਰ ਸਿਰਫ ਰੱਬ ਦੇ ਹੋ ਕੇ ਗੱਲ ਕਰਨੀ ਹੈ, ਰੱਬ ਦੇ ਹੋ ਕੇ ਉਹ ਸਿਮਰਨ ਕਰਨਾ, ਬਾਣੀ ਪੜ੍ਹਨੀ ਵੀ ਸੱਚੇ ਪਾਤਸ਼ਾਹ ਹੁਣ ਮੈਂ ਅੱਧਾ ਘੰਟਾ ਜਾਂ ਜਿੰਨਾ ਵੀ ਲਾਉਣ ਲੱਗਿਆ ਹੁਣ ਮੈਂ ਤੇਰੇ ਵੱਲ ਧਿਆਨ ਧਰਨਾ। ਇਹ ਨਹੀਂ ਵੀ ਉੱਥੇ ਵੀ ਫਿਰ ਧਿਆਨ ਘੁਮਾਈ ਫਿਰੀ ਜਾਓ ਉਹਦੇ ਸੰਸਾਰ ਵਿੱਚ, ਉਹ ਫਿਰ ਜਿਹੜਾ ਸਿਮਰਨ ਬੰਦਗੀ ਕਰਦੇ ਜਾਂ ਪਾਠ ਪੜ੍ਹਿਆ ਹੋਇਆ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਮੇਰੇ ਵਾਸਤੇ ਥੋੜ੍ਹਾ ਜਿਹਾ ਟਾਈਮ ਕੱਢਣ ਲੱਗੇ ਸੀ ਮੇਰੇ ਨੂੰ ਯਾਦ, ਉਹ ਵੀ ਫਿਰ ਸੰਸਾਰ ਵਿੱਚ ਧਿਆਨ ਘੁਮਾਈ ਫਿਰੀ ਜਾਂਦੇ ਆ, ਫਿਰ ਹੋਰ ਜ਼ਿਆਦਾ ਨਾਰਾਜ਼ ਹੋ ਜਾਂਦਾ। ਕੀ ਫਾਇਦਾ ਕਹਿੰਦੇ ਟਾਈਮ ਖਰਾਬ ਕਰਕੇ, ਜੇ ਫਿਰ ਤੁਸੀਂ ਮੇਰਾ ਥੋੜ੍ਹਾ ਜਿਹਾ ਟਾਈਮ ਕੱਢਣ ਲੱਗੇ ਸੀ ਮੈਨੂੰ ਯਾਦ ਕਰਨ ਵਾਸਤੇ ਉਹਦੇ ਵਿੱਚ ਵੀ ਤੁਸੀਂ ਮਨ ਨੂੰ ਸੰਸਾਰ ਵਿੱਚ ਘੁਮਾਈ ਫਿਰੀ ਜਾ, ਉੱਧਰ ਧਿਆਨ ਤੁਰਿਆ ਫਿਰਦਾ, ਫਿਰ ਨਾਰਾਜ਼ ਹੋ ਜਾਂਦਾ। ਫਿਰ ਜਿਹੜਾ ਬਰਕਤਾਂ ਪਾਉਣ ਵਾਲਾ ਅਕਾਲ ਪੁਰਖ ਜਿਹਨੇ ਸਾਡੇ ਕੰਮ 'ਚ ਬਰਕਤ ਪਾਉਣੀ, ਜਿਹਨੇ ਸਾਡੇ ਦੇਹ ਰੋਗਤਾ ਬਖਸ਼ਣੀ ਹੈ, ਜਿਹਨੇ ਸਾਰੇ ਪਾਸੇ ਸਾਨੂੰ ਸੁੱਖ ਸ਼ਾਂਤੀ ਦੇਣੀ ਹੈ, ਉਹ ਸਾਨੂੰ ਨਾਰਾਜ਼ ਹੋ ਜਾਂਦਾ ਹੈ। ਉਹਨੂੰ ਖੁਸ਼ ਕਰਨ ਵਾਸਤੇ ਅਸੀਂ ਉਹਦੇ ਵਾਸਤੇ ਸਪੈਸ਼ਲ ਟਾਈਮ ਕੱਢਣਾ ਹੁੰਦਾ ਦਿਨ ਵਿੱਚ ਵੀ ਸੱਚੇ ਪਾਤਸ਼ਾਹ ਆਹ ਜਿਹੜਾ ਸੰਸਾਰੀ ਧਨ ਆ ਇਹ ਤਾਂ ਮੇਰੇ ਨਾਲ ਨਹੀਂ ਜਾਣਾ ਹੈ, ਜਿਹੜਾ ਹੁਣ ਮੈਂ ਆਹ ਕੰਮ ਕਰਦਾ ਹੈਗਾ ਸਿਮਰਨ ਬੰਦਗੀ ਵਿਚਾਰ ਸੁਣਦਾ ਬਾਣੀ ਪੜ੍ਹਦਾ, ਕਹਿੰਦੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਸਭ ਤੋਂ ਉੱਤਮ ਜੇ ਤੁਸੀਂ ਕੰਮ ਕਰਦੇ ਹੋ ਸੰਸਾਰ ਦੇ ਵਿੱਚ ਦਿਹਾੜੀ ਵਿੱਚ, ਠੀਕ ਹੈ ਜੀ, ਉਹ ਬੰਦਗੀ ਕਰਨਾ ਜਾਂ ਆਪਾਂ ਬਾਣੀ ਦੀ ਵਿਚਾਰ ਸੁਣ ਲਈ, ਬਾਣੀ ਪੜ੍ਹ ਲਈ, ਸਿਮਰਨ ਬੰਦਗੀ ਕਰਨੀ, ਇੱਕ ਚਿੱਤ ਹੋ ਕੇ ਉਹਨੂੰ ਯਾਦ ਕੀਤਾ, ਇਹ ਸਭ ਤੋਂ ਉੱਤਮ ਸਮਾਂ ਹੁੰਦਾ ਸਾਡਾ, ਸਭ ਤੋਂ ਵਧੀਆ ਸਮਾਂ ਹੁੰਦਾ ਜਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਜੇ ਅਸੀਂ ਸੰਸਾਰੀ ਗੱਲਾਂ ਹੀ ਕਰੀ ਗਏ, ਸੰਸਾਰੀ ਮਾਇਆ ਮਗਰੇ ਭੱਜੀ ਫਿਰੀ ਗਏ, ਫਿਰ ਸੱਚੇ ਪਾਤਸ਼ਾਹ ਨਾਰਾਜ਼ ਹੁੰਦਾ। ਹੁਣ ਮੈਂ ਕਈ ਗੁਰਮੁਖ ਦੇਖਦੇ ਆ ਨਾਮ ਵੀ ਜਪਦੇ ਆ, ਭੱਜੇ ਫਿਰਦੇ ਆ, ਦੀਵਾਨਾਂ 'ਤੇ ਵੀ ਜਾਂਦੇ ਆ, ਕ੍ਰੋਧ ਉਹਨਾਂ ਨੂੰ ਫਟਾਫਟ ਆ ਜਾਂਦਾ, ਮਾੜੀ ਜਿਹੀ ਗੱਲ 'ਤੇ ਕ੍ਰੋਧ ਆ ਜਾਂਦਾ। ਫਿਰ ਉਹ ਸੋਚਦੇ ਆ ਵੀ ਸਾਡਾ ਕੰਮੇ ਲੋਟ ਆਵੇ, ਬਾਕੀ ਦਾ ਭਾਵੇਂ ਜੋ ਮਰਜ਼ੀ ਹੋਵੇ। ਜਿਸ ਦਿਨ ਤੁਸੀਂ ਸਾਰੇ ਸੰਸਾਰ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਠੀਕ ਹੈ ਜੀ, ਜਿਸ ਦਿਨ ਤੋਂ ਅਸੀਂ ਇਹ ਯਾਦ ਕਰ ਲਿਆ ਕਿ ਸੱਚੇ ਪਾਤਸ਼ਾਹ ਜਿਹੜਾ ਨਾਮ ਜਪਣਾ ਨਾ ਇਹੀ ਮੇਰੇ ਨਾਲ ਜਾਣਾ, ਬਾਕੀ ਆ ਜਿੰਨਾ ਮਰਜ਼ੀ ਝੱਖ ਮਾਰ ਲੈ ਇਹ ਫਿਰ ਕਿ ਮੇਰੇ ਨਾਲ ਨਹੀਂ ਜਾਣਾ। ਜਿਹਨੇ ਸੋਝੀ ਆ ਗਈ, ਸਮਝ ਆ ਗਈ, ਫਿਰ ਸਾਡਾ ਪੜ੍ਹਿਆ ਲਿਖਿਆ ਸਾਰਾ ਸਿਮਰਨ ਕਰਿਆ ਪ੍ਰਵਾਨ ਹੋ ਜਾਂਦਾ ਹੈ। ਜਿੱਦਣ ਅਸੀਂ ਰੱਬ ਨੂੰ ਯਾਦ ਕਰਨ ਵਾਸਤੇ ਸਪੈਸ਼ਲ ਟਾਈਮ ਕੱਢਦੇ ਹਾਂ, ਇੱਕ ਚਿੱਤ ਹੋ ਕੇ ਉਹਦੇ ਵੱਲ ਧਿਆਨ ਹਾਜ਼ਰ ਕਰਕੇ ਮਨ ਯਾਦ ਕਰਦੇ ਹਾਂ, ਅਤੇ ਫਿਰ ਸਾਨੂੰ ਉਹ ਖੁਸ਼ ਹੋ ਜਾਂਦਾ ਸਾਡੇ 'ਤੇ, ਫਿਰ ਦ੍ਰਿਸ਼ਟੀ ਵਧੀਆ ਰੱਖਦਾ ਹੈਗਾ। ਹੁਣ ਕਈ ਗੁਰਮੁਖ ਪਿਆਰੇ ਕਈ ਗੁਰਮੁਖਾਂ ਕੋਲ ਵੀ ਜਾਂਦੇ ਆ, ਬੜੇ ਸਾਧੂ ਸੰਤਾਂ ਕੋਲ ਵੀ ਜਾਂਦੇ ਆ, ਲੇਕਿਨ ਜੀਵਨ ਵਿੱਚ ਨਫ਼ਰਤ ਦੁਬਿਧਾ ਈਰਖਾ ਫਿਰ ਉਵੇਂ ਭਰਿਆ ਪਿਆ। ਫਿਰ ਕਾਹਦਾ ਫਿਰ ਉੱਥੇ ਜਾਣਾ ਬਈ? ਜੇ ਸਕੂਲ ਵਿੱਚ ਜਾਓ ਉੱਥੇ ਤੁਸੀਂ ਕੋਈ ਕਲਾਸ ਹੀ ਨਹੀਂ ਕੀਤੀ ਹੈ ਜੀ, ਹੈ ਜ਼ੀਰੋ ਐਵੇਂ ਅਨਪੜ੍ਹੇ ਤੁਰੇ ਫਿਰਦੇ ਆ, ਫਿਰ ਉਹਦਾ ਕੋਈ ਫਾਇਦਾ ਨਹੀਂ ਜਾਣ ਦਾ। ਜਦੋਂ ਅਸੀਂ ਕਿਤੇ ਜਾਂਦੇ ਹਾਂ ਸਾਡੇ ਜੀਵਨ ਵਿੱਚ ਤਬਦੀਲੀ ਆ ਜਾਣੀ ਚਾਹੀਦੀ ਆ, ਸਾਡਾ ਜੀਵਨ ਵਧੀਆ ਹੋਣਾ ਚਾਹੀਦਾ। ਗੁਰਮੁਖ ਪਿਆਰੇ ਕਰੋ ਸ਼ੁਰੂ ਵਾਹਿਗੁਰੂ।